ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਆਧੁਨਿਕ ਭਾਰਤ ਦੇ ਨਿਰਮਾਤਾ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਜਨਮ ਜਯੰਤੀ ਤੇ ਦੇਸ਼ ਭਰ ਵਿੱਚ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਧਰਮ, ਜਾਤ ਅਤੇ ਭਾਸ਼ਾ ਦੇ ਆਧਾਰ ਤੇ ਦੇਸ਼ ਨੂੰ ਵੰਡਣ ਵਾਲੀ ਨਾਪੱਖੀ ਸੋਚ ਤੋਂ ਬਚਣ ਲਈ ਆਖਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 110 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ। ਤੇ ਮੁੱਖ ਸਕੱਤਰ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਕੀਤੀ ਹਦਾਇਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਧੁਨਿਕ ਭਾਰਤ ਦੇ ਨਿਰਮਾਤਾ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਉਹਨਾਂ ਦੀ ਜਨਮ ਜਯੰਤੀ ਤੇ ਅੱਜ ਦੇਸ਼ ਭਰ ਵਿੱਚ ਸ਼ਰਧਾਂਜਲੀ ਦਿੱਤੀ ਗਈ। ਇਹ ਦਿਨ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਵਿਖੇ ਸਟੈਚੂ ਆਫ ਯੂਨਿਟੀ ਤੇ ਸਰਦਾਰ ਪਟੇਲ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਨੇ ਸਟੈਚੂ ਆਫ ਯੂਨਿਟੀ ਤੇ ਕੌਮੀ ਏਕਤਾ ਦਿਵਸ ਪਰੇਡ ਦਾ ਨਿਰੀਖਣ ਕੀਤਾ ਅਤੇ ਕੌਮੀ ਏਕਤਾ ਦੀ ਸਹੁੰ ਚੁਕਾਈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛੋਕੜ ਵਾਂਗ ਭਾਰਤ ਦੇ ਉਥਾਨ ਤੋਂ ਪਰੇਸ਼ਾਨ ਹੋਣ ਵਾਲੀਆਂ ਤਾਕਤਾਂ ਅੱਜ ਵੀ ਮੌਜੂਦ ਨੇ ਅਤੇ ਸਾਰਿਆਂ ਨੂੰ ਜਾਤਾਂ ਦੇ ਨਾਂ ਤੇ ਲੜਾਉਣ ਲਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਤਾਕਤਾਂ ਤੋਂ ਬਚਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੌਮੀ ਏਕਤਾ ਦਿਵਸ ਦੇਸ਼ ਨੂੰ ਇਕਜੁੱਟ ਕਰਨ ਵਿੱਚ ਸਰਦਾਰ ਪਟੇਲ ਦੇ ਵੱਡਮੁੱਲੇ ਯੋਗਦਾਨ ਪ੍ਰਤੀ ਸ਼ਰਧਾਂਜਲੀ ਹੈ। एनसीसी ਦੇ ਕੈਡਿਟਾਂ ਵੱਲੋਂ ਹਮ ਏਕ ਹੈ ਹਮ श्रेष्ठ है ਵਿਸ਼ੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਏਕ ਭਾਰਤ श्रेष्ठ ਭਾਰਤ ਵਿਸ਼ੇ ਤੇ ਵੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। अतीत की तरह ही भारत के उत्कर्ष और उत्थान से परेशान होने वाली ताकतें आज भी मौजूद है। वो आज भी हमें तोड़ने की, हमें बांटने की हर कोशिश करती है। हमें जातियों के नाम पर लड़ाने के लिए तरह तरह के नैरेटिव गढ़े जाते हैं। प्रांतों के नाम पर हमें बांटने की कोशिश होती है। कभी एक भारतीय भाषा को दूसरी भारतीय भाषा का दुश्मन बनाने के लिए कैंपेन चलाए जाते हैं। इतिहास को भी इस तरह पेश किया जाता है ताकि देश के लोग जुड़े नहीं बल्कि एक दूसरे से दूर हो। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਵੱਲੋਂ ਕੌਮੀ ਪੱਧਰ ਤੇ ਚਲਾਏ ਗਏ ਕਲੀਨ ਇੰਡੀਆ 2.0 ਮੁਹਿੰਮ ਦਾ ਸਮਾਪਤੀ ਸਮਾਗਮ ਭਾਰਤੀ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੰਸਥਾਨ ਆਈਸਰ ਮੋਹਾਲੀ ਵਿਖੇ ਅੱਜ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕੀਤੀ। ਇੱਕ ਮਹੀਨੇ ਤੱਕ ਚੱਲੀ ਇਸ ਮੁਹਿੰਮ ਦੌਰਾਨ 2 ਲੱਖ ਕਿਲੋਗ੍ਰਾਮ ਤੋਂ ਵੱਧ ਕੂੜਾ ਇਕੱਠਾ ਕੀਤਾ ਗਿਆ, ਜਦਕਿ ਟੀਚਾ 100 ਕਿਲੋਗ੍ਰਾਮ ਕੂੜਾ ਇਕੱਠਾ ਕਰਨ ਦਾ ਸੀ। ਇੱਕ ਰਿਪੋਰਟ। ਕੌਮੀ ਪੱਧਰ ਦੀ ਕਲੀਨ ਇੰਡੀਆ 2.0 ਮੁਹਿੰਮ ਦਾ ਸਮਾਪਤੀ ਸਮਾਗਮ ਭਾਰਤੀ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਸੰਸਥਾਨ ਆਈਸਰ ਮੋਹਾਲੀ ਵਿਖੇ ਹੋਇਆ। ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਕਲੀਨ ਇੰਡੀਆ 2.0 ਮੁਹਿੰਮ ਦੀ ਸ਼ੁਰੂਆਤ ਵੀ ਅਨੁਰਾਗ ਸਿੰਘ ਠਾਕੁਰ ਵੱਲੋਂ 1 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਤੋਂ ਕੀਤੀ ਗਈ ਸੀ।
ਇਸ ਮੁਹਿੰਮ ਦੌਰਾਨ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਵਲੰਟੀਅਰਾਂ ਨੇ ਵੱਖ-ਵੱਖ ਯੂਥ ਕਲੱਬਾਂ, NCC ਕੈਡਟਾਂ, NSS ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀ ਸਾਫ਼ ਸਫਾਈ ਕੀਤੀ। ਆਪਣੇ ਸੰਬੋਧਨ ਵਿੱਚ ਅਨੁਰਾਗ ਸਿੰਘ ठाकुर ने कहा कि साफ सफाई बारे सारिਆਂ ਨੂੰ अपनी जिम्मेदारी समझनी चाहिए है। क्या नागरिक, हर नागरिक, भारत का नागरिक अपनी जिम्मेदारी नहीं समझ सकता कि अगर आपने टॉफी, चॉकलेट कुछ भी खाना है तो उसका जो रैपर आप उसको अपनी जेब में, बैग में कहीं पे डालिए जबकि जाके हम एक डस्टबिन में डाल पाए। दुनिया के बहुत सारे देश ऐसे हैं जिन्होंने अपने सोच में और कार्यपद्धति में वो बदलाव किया है। एक तो सिंगल यूज प्लास्टिक को बहुत सारी जगह बैन किया गया। दूसरा, जापान जैसे देश में अगर आप देखोगे कि लोग कुछ लेकर भी जाते हैं खाने पीने के लिए तो उसके बाद वो अपने बैग में डालते हैं, सड़क पे नहीं फेंकते। आदत बन गई है, कल्चर सोसाइटी का। और जब ये हम आदत अपने आप डाल लेंगे तो उससे बहुत बड़ा बदलाव होगा। कौमी एकता दिवस ते सरदार वल्लभ भाई पटेल ਨੂੰ ਸ਼ਰਧਾਂਜਲੀ ਦਿੰਦਿਆਂ ਅਨੁਰਾਗ ਸਿੰਘ ठाकुर ने कहा कि उन्हां देश ਨੂੰ एक लड़ी विच पिरोण विच अहम भूमिका निभाई। 550 से ज्यादा रियासतों को बहुत कम समय में एक सूत्र में बांध देना, एक सूत्र में पिरो देना और भारत की और आधुनिक भारत की नींव रखना, चाहे वो कृषि के माध्यम से हो, इंडस्ट्रियलाइजेशन के माध्यम से हो या फिर इन 553 रियासतों के विलय करने से हो, ये किसी ने करके दिखाया था तो सरदार वल्लभ भाई पटेल ने करके दिखाया था। ਅਨੁਰਾਗ ਸਿੰਘ ठाकुर ਨੇ ਰਨ ਫਾਰ ਯੂਨਿਟੀ ਅਤੇ ਪਲੌਗ ਰਨ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਪਹਿਲਾਂ ਅਨੁਰਾਗ ਸਿੰਘ ठाकुर ਦੇ ਆਈਸਰ ਸੰਸਥਾਨ ਪੁੱਜਣ ਤੇ ਪੰਜਾਬ ਪੁਲਿਸ ਦੀ ਇੱਕ ਟੁਕੜੀ ਨੇ ਉਹਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਪੰਜਾਬ ਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਸੁਰਿੰਦਰ ਸੈਣੀ ਅਤੇ NSS ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ ਹਰਿੰਦਰ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਰਾਸ਼ਟਰੀ ਏਕਤਾ ਦਿਵਸ ਨਾਲ ਸੰਬੰਧਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਵਿੱਚ ਰਨ ਫਾਰ ਯੂਨਿਟੀ ਦੌੜ ਵੀ ਕਰਵਾਈ ਗਈ। ਮਾਨਸਾ ਵਿਖੇ ਹੋਏ ਅਜਿਹੇ ਇੱਕ ਸਮਾਗਮ ਵਿੱਚ ਜ਼ਿਲ੍ਹੇ ਦੇ 200 ਤੋਂ ਵੱਧ ਯੂਥ ਕਲੱਬਾਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਸਾਰਿਆਂ ਨੇ ਕੌਮੀ ਏਕਤਾ ਬਣਾਏ ਰੱਖਣ ਦੀ ਸਹੁੰ ਚੁੱਕਦਿਆਂ ਸਰਦਾਰ ਵੱਲਭ ਭਾਈ ਪਟੇਲ ਦੇ ਆਦਰਸ਼ਾਂ ਤੇ ਚੱਲਣ ਦਾ ਸੰਕਲਪ ਲਿਆ। ਕੌਮੀ ਯੁਵਾ ਦੌੜ ਨੂੰ ADC ਵਿਕਾਸ ਟੀ ਬੈਨਟ ਨੇ ਮਾਈ ਭਾਗੋ ਕਾਲਜ ਰੱਲਾ ਤੋਂ ਹਰੀ ਝੰਡੀ ਦਿਖਾਈ। ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਸੰਦੀਪ ਕੰਡ ਸਮੇਤ ਹੋਰ ਮੁਹਤਬਰ ਇਸ ਮੌਕੇ ਮੌਜੂਦ ਰਹੇ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੌਮੀ ਏਕਤਾ ਦਿਵਸ ਸੰਬੰਧੀ ਭਾਸ਼ਣ, ਲੇਖ, ਗੀਤ ਅਤੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ। इधर दूरदर्शन केंद्र जलंधर विच भी सरदार वल्लभ भाई पटेल की जयंती ते उन्हां नूं श्रद्धांजलि भेंट करदिआं अज राष्ट्रीय एकता दिवस मनाया गया। केंद्र के मुखी RK जरंगाल ने स्टाफ मैंबरां नूं देश की एकता ते अखंडता बनाए रखण दी सहुं चुकाई। भारत के मुख चोण कमिश्नर राजीव कुमार और चोण कमिश्नर अनूप चंद्र पांडे ने अज नवी दिल्ली विच 2 दिन की कौमांतरी कानफ्रेंस का उद्घाटन किया। इसका विषय चोण प्रबंधन संस्थावां की भूमिका, खरड़ा और समर्था। अपने संबोधन विच राजीव कुमार ने कहा कि सुतंत्र, निरपक्ष, समावेशी और लालच देण तो रहत चोण लोकतंत्रिक व्यवस्था का मुख आधार हुंदे ने। उन्होंने कहा कि समावेशी चोणां विच गैर बराबरी नूं भी शामिल करना और खास तौर ते औरतां, दिव्यांगजनां, सीनियर नागरिकां और नौजवान वोटरां नूं ध्यान विच रखना जरूरी हुंदा है। इस कानफ्रेंस का आयोजन भारत चोण कमिशन ने दिसंबर 2021 विच आयोजित लोकतंत्र लई सिखर कानफ्रेंस के सुझावां मुताबिक कीता है। पंजाब के मुख मंत्री भगवंत मान ने कहा कि सूबे ਦੀਆਂ ਮੰਡੀਆਂ ਵਿੱਚ ਹੁਣ ਤੱਕ 110 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਤੇ ਚੁਕਾਈ ਦੀ ਸਮੁੱਚੀ ਪ੍ਰਕਿਰਿਆ ਇੱਕ ਹਫ਼ਤੇ ਵਿੱਚ ਮੁਕੰਮਲ ਕਰ ਲਈ ਜਾਵੇਗੀ। ਵੱਖ-ਵੱਖ ਅਨਾਜ ਮੰਡੀਆਂ ਦਾ ਮੁਆਇਨਾ ਕਰਨ ਮਗਰੋਂ ਪਠਾਨਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ 30 ਅਕਤੂਬਰ ਤੱਕ ਮੰਡੀਆਂ ਵਿੱਚ ਤਕਰੀਬਨ 112 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ ਤਕਰੀਬਨ 110 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਖਰੀਦ ਲਈ ਕਿਸਾਨਾਂ ਨੂੰ 18,660 करोड़ रुपए की अदायगी की गई है।
ਆਮਦਨ ਕਰ ਮਹਿਕਮੇ ਅਤੇ ਸੀਮਾ ਸੁਰੱਖਿਆ ਬਲ ਨੇ ਇੱਕ ਸਾਂਝੇ ਉਪਰਾਲੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਚਟਾਰੀ ਇਲਾਕੇ ਲਾਗੇ ਪਿੰਡ ਭਰੋਪਾਲ ਵਿਖੇ ਅੱਜ ਤਕਰੀਬਨ 2,500 ਬੂਟੇ ਲਗਾਏ। ਇਸ ਇਲਾਕੇ ਨੂੰ ਮਾਈਕਰੋ ਫੋਰੈਸਟ ਤਹਿਤ ਆਇਕਰ ਅਰण्य ਦਾ ਨਾਂ ਦਿੱਤਾ ਗਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਦੇ ਚੇਅਰਮੈਨ ਨਿਤਿਨ ਗੁਪਤਾ ਅਤੇ ਮੈਂਬਰ ਸੰਗੀਤਾ ਸਿੰਘ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਰਹੇ। इस मौके नितिन गुप्ता ने कहा कि प्रधानमंत्री नरेंद्र मोदी ਦੀਆਂ ਹਦਾਇਤਾਂ ਤੇ ਆਮਦਨ ਕਰ ਮਹਿਕਮਾ ਮਾਈਕਰੋ ਫੋਰੈਸਟ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ 45 ਵੱਖ-ਵੱਖ ਕਿਸਮਾਂ ਦੇ ਲਗਾਏ ਗਏ ਇਹ ਸਾਰੇ ਬੂਟੇ ਦੇਸੀ ਨੇ ਅਤੇ ਜਦੋਂ ਇਹ ਇਲਾਕਾ ਪੂਰੀ ਤਰ੍ਹਾਂ ਵਿਕਸਿਤ ਹੋਵੇਗਾ ਤਾਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਮਿਲੇਗੀ। इसमें लगभग 45 वैरायटी के जो प्लांट्स हैं, जो ट्रीज़ हैं, उनको लगाया गया है। ये सब देशी प्लांट हैं, इनमें विदेशी प्लांट नहीं है। और जैसा मुझे ज्ञात है इसमें सारा जो खाद वगैरह जो ली गई है वो ऑर्गेनिक है और बहुत ही मेहनत करके इसको डेवलप किया है। इस जब जैसे जैसे ये डेवलप होगा और यहाँ की जो एनवायरनमेंट को प्रोटेक्ट करने में बहुत मदद करेगा। जैसे कि हम देख सकते हैं यहाँ की जो मिट्टी काफ़ी जो सूखी है ये भी बहुत अच्छे से डेवलप हो जाएगी। और जो चूँकि ये फॉरेस्ट के फॉर्म में डेवलप होगा, यहाँ पे जो चिड़िया हैं, तितलियाँ हैं, वो भी ड्यू कोर्स में आएंगी और एयर की क्वालिटी इम्प्रूव होगी। ਨਿਤਿਨ ਗੁਪਤਾ ਨੇ ਕਿਹਾ ਕਿ ਮਹਿਕਮੇ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਈ ਹੋਰ ਥਾਈਂ ਵੀ ਅਜਿਹੇ ਮਾਈਕਰੋ ਫੋਰੈਸਟ ਤਿਆਰ ਕੀਤੇ ਜਾਣਗੇ ਤਾਂ ਜੋ ਵਾਤਾਵਰਣ ਦੀ ਸਾਂਭ ਸੰਭਾਲ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮਾਈਕਰੋ ਫੋਰੈਸਟ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਬਣਨਗੇ। देश प्रेम की भावना भी है और समाज के लिए भी कार्य करने की जो आयकर का जो सोच है वो कि टैक्स पेयर के लिए ही नहीं, हम कम्युनिटी के लिए भी काम करें, वो सोच भी इसमें जागृत होता है। मुहिम के तहत और आगे कार्य करेंगे और इस क्षेत्र में जो हमारा जो ये पंजाब हरियाणा ये जो क्षेत्र है, इसमें जो हमारे प्रमुख आयकर आयुक्त महोदय हैं वो बहुत ही रुचि लेते हैं और ऐसे कई माइक्रो फॉरेस्ट डेवलप करेंगे। और पूरे भारत में हम ये चाहेंगे कि अगले वर्ष में काफ़ी इस तरफ कार्य हो। ਕੇਂਦਰੀ ਪ੍ਰਤੱਖ ਕਰ ਬੋਰਡ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਿੰਸੀਪਲ ਚੀਫ ਇਨਕਮ ਟੈਕਸ ਅਫਸਰ ਉੱਤਰ ਪੱਛਮ ਖੇਤਰ ਪਰਨੀਤ ਸਿੰਘ ਸਚਦੇਵ, ਡਾਇਰੈਕਟਰ ਜਨਰਲ ਅਵਦੇਸ਼ ਮਿਸ਼ਰਾ ਅਤੇ ਅੰਮ੍ਰਿਤਸਰ ਦੇ ਚੀਫ ਇਨਕਮ ਟੈਕਸ ਕਮਿਸ਼ਨਰ ਜਹਾਂਜੇਬ ਅਖਤਰ ਵੀ ਇਸ ਮੌਕੇ ਮੌਜੂਦ ਸਨ। ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹਦਾਇਤ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨੰਬਰਦਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕੀਤਾ ਜਾਵੇ। ਮੁੱਖ ਸਕੱਤਰ ਨੇ ਕਿਹਾ ਕਿ ਅਧਿਕਾਰੀ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਆਪਟੀਕਲ ਸੈਟੇਲਾਈਟ ਡਾਟਾ ਵਿਸ਼ਲੇਸ਼ਣ ਜ਼ਰੀਏ ਹਾਸਲ ਖੇਤਰ ਤੇ ਧਿਆਨ ਕੇਂਦਰਿਤ ਕਰਨ। ਵਿਜੇ ਕੁਮਾਰ ਜੰਜੂਆ ਨੇ ਪਿੰਡਾਂ ਦੇ ਕਲਸਟਰ ਪੱਧਰ ਤੇ ਪਰਾਲੀ ਦੀਆਂ ਗੰਢਾਂ ਦੇ ਪਲਾਂਟ ਲਾਉਣ ਦੀਆਂ ਸੰਭਾਵਨਾਵਾਂ ਲੱਭਣ ਲਈ ਵੀ ਅਧਿਕਾਰੀਆਂ ਨੂੰ ਆਖਿਆ ਅਤੇ ਕਿਹਾ ਕਿ ਇਸ ਨਾਲ ਪਰਾਲੀ ਦੇ ਤੁਰੰਤ ਪ੍ਰਬੰਧਨ ਵਿੱਚ ਮਦਦ ਮਿਲੇਗੀ। ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੁਕੇਰੀਆਂ ਬਲਾਕ ਦੇ ਮੀਰਪੁਰ ਪਿੰਡ ਵਿਖੇ ਅਗਾਂਹਵਧੂ ਕਿਸਾਨ ਰਾਜੇਸ਼ ਸੈਣੀ ਦੇ ਖੇਤਾਂ ਵਿੱਚ ਪੂਸਾ ਬਾਇਓਡੀ ਕੰਪੋਜ਼ਰ ਫੀਲਡ ਡੇ ਅਤੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਅੱਜ ਕੀਤਾ ਗਿਆ। ਇਸ ਮੌਕੇ ਪੂਸਾ ਦਿੱਲੀ ਤੋਂ ਮਾਈਕਰੋਬਾਇਓਲੋਜੀ ਵਿਭਾਗ ਦੇ ਵਿਗਿਆਨੀ ਪ੍ਰਿੰਸੀਪਲ ਡਾਕਟਰ ਲਿਵਲੀਨ ਸ਼ੁਕਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਸਾਨਾਂ ਨੂੰ ਪੂਸਾ ਡੀਕੰਪੋਜ਼ਰ ਦੀ ਪਰਾਲੀ ਤੇ ਸਪਰੇਅ ਕਰਨ ਦੇ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਨਾਲ ਪਰਾਲੀ ਛੇਤੀ ਗਲਦੀ ਹੈ ਅਤੇ ਕਿਸਾਨਾਂ ਨੂੰ ਇਸ ਨੂੰ ਸਾੜਨ ਦੀ ਜ਼ਰੂਰਤ ਨਹੀਂ ਪੈਂਦੀ। ਡਾਕਟਰ ਸ਼ੁਕਲਾ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਆਪਣੇ ਖੇਤਾਂ ਵਿੱਚ ਮਿਲਾਉਣੀ ਚਾਹੀਦੀ ਹੈ ਕਿਉਂ ਜੋ ਇਸ ਨਾਲ ਮਿੱਟੀ ਦੀ ਉਪਜਾਊ ਤਾਕਤ ਬਣੀ ਰਹਿੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਡਾਕਟਰ ਰਾਕੇਸ਼ ਸ਼ਰਮਾ ਸਮੇਤ ਕਈ ਹੋਰ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਸੰਬੰਧੀ ਜਾਣਕਾਰੀ ਦਿੱਤੀ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਹੈ। ਇਜਾਜ਼ਤ ਦਿਓ, ਨਮਸਕਾਰ।